ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਕਿਰਪਾ ਰਹਿਮਤ ਸਦਕਾ ਆਪ ਜੀ ਸਤ ਸੰਗਤ ਦੀਆਂ ਘੜੀਆਂ ਦਾ ਸੁਖ ਮਾਣ ਰਹੇ ਹੋ। ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਪਵਿੱਤਰ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਪਿਆਰ ਸ਼ਰਧਾ ਨਾਲ ਸਰਵਣ ਕੀਤਾ ਹੈ। आओ सच्चे पातशाह जी दे पावन इतिहास की लड़ीवार कथा प्यार शरधा नाल सरवण करिए। धन गुरु गोबिंद सिंह सच्चे पातशाह महाराज अपने खालसे नूं उपदेश दे रहे ने। गरीब नवाज सतगुरु जी ने बाबा गुरबख्श सिंह साहब जी नूं कलयुग नाल होई वारता की बाबत जिवें दस्सिया तां बाबा गुरबख्श सिंह साहब ने ये सारा ही इतिहास भाई साहिब सिंह जी लिखारी नूं अपने मुखार बिंद तो लिखाया। गरीब नवाज सतगुरु जी नूं कलयुग ने कहा, महाराज तुहाडे समय विच मेरा राज है, तुहाडा राज भी इसे तरह ही महाराज मेरे समय विच कायम होया है, तां मैनूं कोई सतगुरु पातशाह महाराज सेवा दा मौका बख्शो। सतगुरु पातशाह महाराज ने कहा, तेरी करनी की होवेगी। गरीब नवाज सतगुरु जी नूं कहंदा, महाराज करनी मेरी है नाम दी वृद्धता करांगा। मेरे राज काल दे विच नाम दा बीज ही प्रफुल्लित होवेगा ते करनी मेरी ऐसी होवेगी शुभ करनी जीवां कोलों नाश हो जावेगी। कोई भी भला नहीं रहेगा, जे दिसेगा भला ਤਾਂ ਹੋਵੇਗਾ ਨਹੀਂ ਉਹ ਭਲਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਨੇ ਬਹੁਤ ਵੱਡੇ ਵੱਡੇ ਪਾਪ ਜਿਹੜੇ ਆ ਕਹਿ ਕੇ ਸੁਣਾਏ। ਜਿਵੇਂ ਸਤਿਗੁਰੂ ਜੀ ਨੇ ਕਿਹਾ ਕਿ ਕਲਯੁਗ ਰਥ ਹੈ ਅਗਨ ਕਾ ਕੂੜ ਅੱਗੇ ਰਥਵਾਹੋ। ਕਲਯੁਗ ਜਿਹੜਾ ਨਾ ਇਹ ਅੱਗ ਦਾ ਰਥ ਹੈ ਤੇ ਅੱਗ ਸਾਧ ਸੰਗਤ ਜੀ ਸਭ ਕੁਝ ਹੀ ਸਾੜ ਕੇ ਸਵਾਹ ਕਰ ਦਿੰਦੀ ਹੈ। ਇਸ ਨੂੰ ਤੋੜਨ ਵਾਲਾ ਝੂਠ ਹੈ, ਇਸ ਨੂੰ ਚਲਾਉਣ ਵਾਲਾ ਸਤ ਸੰਗਤ ਜੀ ਜਿੰਨਾ ਵੀ ਕੋਈ ਝੂਠ ਬੋਲਦਾ ਹੈ ਕਲਯੁਗ ਦੇ ਅੰਦਰ ਉਸ ਦੀ ਬੜੀ ਪ੍ਰਭਤਾ ਹੁੰਦੀ ਹੈ। ਔਗਣੀ ਤੇ ਪਾਪਾਂ ਦੇ ਕਰਨ ਵਾਲਾ ਜੀਵ ਬਹੁਤ ਜਲਦੀ ਕਲਯੁਗ ਦੇ ਵਿੱਚ ਪ੍ਰਫੁੱਲਤ ਹੁੰਦਾ ਹੈ। ਪਰ ਕਲਯੁਗ ਦਾ ਜਿਹੜਾ ਨਿਆਂ ਹੈ ਨਾ ਉਹ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਏ ਨਾ ਪਕੜੀਐ ਕਿਸੇ ਦਾ ਥਾਏ। ਕਲਯੁਗ ਦਾ ਜਿਹੜਾ ਨਿਆਂ ਜਿਹੜਾ ਪ੍ਰਲੋਕ ਵਿੱਚ ਹੁੰਦਾ ਹੈ, ਜਿਸ ਹੱਥ ਨਾਲ ਕਰਮ ਕੀਤਾ ਉਸੇ ਨੂੰ ਹੀ ਸਜ਼ਾ ਪ੍ਰਾਪਤ ਹੁੰਦੀ ਹੈ। ਜਿਹੋ ਜਿਹਾ ਕਰਮ ਕੀਤਾ ਉਹੋ ਜਿਹਾ ਫਲ ਵੱਢਣਾ ਪੈਂਦਾ ਹੈ। ਸਤਯੁਗ ਦੇ ਵਿੱਚ ਧਰਮ ਦਾ ਰਥ ਸੀ, ਸਤ ਉਸ ਦਾ ਰਥਵਾਹੀ ਸੀ। ਦੁਆਪਰ ਦੇ ਵਿੱਚ ਲੋਕ ਤਪੱਸਿਆ ਕਰਦੇ ਸਨ ਤੇ ਸਾਧ ਸੰਗਤ ਜੀ ਤ੍ਰੇਤੇ ਦੇ ਅੰਦਰ ਯੱਗ ਕਰਿਆ ਕਰਦੇ ਸੀ। ਪਰ ਕਲਯੁਗ ਦੇ ਅੰਦਰ ਤਾਂ ਲੋਕ ਝੂਠ ਬੋਲਦੇ ਐ, ਪਾਪ ਕਰਦੇ ਐ। ਇਸ ਨੇ ਆਪਣੀ ਸਾਰੀ ਵਿਥਿਆ ਜਿਸ ਸਮੇਂ ਸੁਣਾਈ। ਜਿਵੇਂ ਜਾਣੋ ਸਾਧ ਸੰਗਤ ਜੀ ਇਹ ਉਪਦੇਸ਼ ਮਾਤਰ ਇਤਿਹਾਸ ਹੁੰਦਾ ਹੈ। ਕਈ ਗੁਰਮੁਖ ਸਮਝਦੇ ਐ ਕਿ ਕਾਲਪਨਿਕ ਹੈ, ਪਰ ਸਾਧ ਸੰਗਤ ਗੁਰੂ ਸਾਹਿਬ ਜੀ ਦਾ ਇਤਿਹਾਸ ਕਾਲਪਨਿਕ ਨਹੀਂ ਹੁੰਦਾ। ਕਾਲਪਨਿਕ ਉਹ ਹੈ ਜਿਹਨੂੰ ਆਪ ਹੀ ਸਿਰਜਿਆ ਹੋਵੇ। ਇਹ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਨਾਲ ਹਵਾਲਾ ਦਿੰਦੇ ਆ ਅਸੀਂ ਲਿਖਿਆ ਕਿੱਥੋਂ ਹੈ। ਕਹਿੰਦੇ ਨੇ ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਜੀ ਮਹਾਂਪੁਰਸ਼ ਬਾਬਾ ਬੁੱਢਾ ਸਾਹਿਬ ਜੀ ਦੇ ਪੜਪੋਤਰੇ, ਉਹਨਾਂ ਦੇ ਮੁਖ ਤੋਂ ਨਿਕਲੀ ਹੋਈ ਇਹ ਕਥਾ ਜਿਸ ਨੂੰ ਭਾਈ ਸਾਹਿਬ ਸਿੰਘ ਜੀ ਨੇ ਲਿਖਤੀ ਰੂਪ ਦਿੱਤਾ। ਉਹਨਾਂ ਲਿਖਤਾਂ ਤੋਂ ਅਸੀਂ ਇਹ ਇਤਿਹਾਸ ਅੱਗੇ ਸਿਰਜਿਆ ਹੈ। ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਜਿਨ੍ਹਾਂ ਨੇ 5 ਸਾਲ ਦੀ ਆਯੂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰਤਾ ਦਾ ਤਿਲਕ ਦਿੱਤਾ ਸੀ। ਕਲਯੁਗ ਆਪਣੇ ਲਕਸ਼ਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਦੱਸ ਰਿਹਾ ਏ। ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਦੇ ਇਹ ਕੀਤੇ ਹੋਏ ਪਾਪ ਜਾਲ ਜੋ ਇਹ ਦੱਸ ਰਿਹਾ ਹੈ, ਮਹਾਰਾਜ ਜੀ ਆਪਣੇ ਨਰੋਲ ਖਾਲਸੇ ਦੀ ਬਾਬਤ ਕਿਵੇਂ ਕਲਯੁਗ ਦੇ ਨਾਲ ਕੁਝ ਸੰਵਾਦ ਕਰਦੇ ਨੇ। ਆਓ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਗਰਭ ਗਰਾਵੈ ਨਾਰਿਕਾ ਸੁਭਗਾ ਹੋਏ ਨਾ ਗਰਭ। ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਇਹੋ ਜੀ ਵਕਾਰਾਂ ਦੀ ਰੀਤ ਚੱਲੇਗੀ, ਅਣਵਿਆਹੀਆਂ ਇਸਤਰੀਆਂ ਦੇ ਵੀ ਗਰਭ ਜਿਹੜੇ ਹੋਣਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਗਿਰਾ ਦਿੱਤਾ ਜਾਵੇਗਾ। ਸੋ ਸੁਭਗਾ ਇਸਤਰੀ ਜਿਹੜੀ ਆ ਵਿਆਹੀ ਇਸਤਰੀ ਉਸ ਨੂੰ ਗਰਭ ਨਹੀਂ ਜਲਦੀ ਹੀ ਰੁਕੇਗਾ। ਇਸ ਪ੍ਰਕਾਰ ਦੇ ਮਹਾਰਾਜ ਪਾਪ ਹੋਣਗੇ ਮੇਰੇ ਸਮੇਂ ਦੇ ਅੰਦਰ ਕਿ ਬਹੁਤ ਜ਼ਿਆਦਾ ਲੋਕ ਧਰਮ ਤੋਂ ਗਰਕ ਜਾਣਗੇ। ਭੂਤ ਪ੍ਰੇਤ ਸੇਵਨ ਕਰੈ ਨਹਿ ਸਿਮਰੇ ਸ੍ਰੀ ਪ੍ਰਭ। ਵਾਹਿਗੁਰੂ ਦੇ ਨਾਮ ਦੇ ਸਿਮਰਨ ਤੋਂ ਦੂਰ ਚਲੇ ਜਾਣਗੇ, ਭੂਤਾਂ ਪ੍ਰੇਤਾਂ ਦੀ ਸੇਵਾ ਕਰਿਆ ਕਰਨਗੇ, ਧਾਗਾ ਤਵੀਤਿਆਂ ਦੇ ਵਿੱਚ ਹੀ ਬਹੁਤ ਵਿਸ਼ਵਾਸ ਰੱਖਣਗੇ। ਜੇ ਕਿਤੋਂ ਕੋਈ ਮੰਤਰ ਜੰਤਰ ਲੈ ਲਿਆ ਉਹਦੇ ਉੱਤੇ ਵਿਸ਼ਵਾਸ ਰੱਖਣਗੇ, ਮੜੀਆਂ ਮਸਾਣਾਂ ਦੇ ਉੱਤੇ ਭਰੋਸਾ ਰੱਖਣਗੇ, ਸ਼੍ਰੀ ਪ੍ਰਭ ਨੂੰ ਵਾਹਿਗੁਰੂ ਨੂੰ ਯਾਦ ਨਹੀਂ ਲੋਕ ਕਰਨਗੇ। ਇਹੋ ਜਿਹਾ ਮਹਾਰਾਜ ਸੰਸਾਰ ਦੇ ਅੰਦਰ ਅਰਾਜਕਤਾ ਫੈਲ ਜਾਵੇਗੀ। ਜਹਾਂ ਚਾਹ ਤਹਿ ਬਿਗਨ ਬਹੁ ਬਿਨਾ ਚਾਹ ਹੋਏ ਕਾਮ। ਜਿੱਥੇ ਬਹੁਤ ਚੰਗਾ ਕੰਮ ਹੁੰਦਾ ਹੋਵੇਗਾ ਮਹਾਰਾਜ ਉੱਥੇ ਮੈਂ ਵਿਗਨ ਤੇ ਵਿਗਨ ਪਾਵਾਂਗਾ। ਬਹੁਤ ਜ਼ਿਆਦੇ ਉੱਥੇ ਵਿਗਨ ਪੈਣਗੇ, ਕਲਾ ਹੋਵੇਗੀ, ਲੜਾਈ ਪਾ ਦੇਵਾਂਗਾ। ਤੇ ਜਿਹੜਾ ਜਿੱਥੇ ਕੰਮ ਚੰਗਾ ਨਹੀਂ ਹੁੰਦਾ ਹੋਵੇਗਾ, ਬਹੁਤ ਭੈੜਾ ਕਰਮ ਕਰਦੇ ਹੋਣਗੇ, ਉੱਥੇ ਮਹਾਰਾਜ ਮੈਂ ਬੜੇ ਹੀ ਉਹਨਾਂ ਦੇ ਕੰਮ ਨੂੰ ਸੌਖਿਆਂ ਕਰ ਦੇਵਾਂਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਕਿਤੇ ਸਤਸੰਗਤ ਦਾ ਹੀ ਮਾਹੌਲ ਬਣਾਉਣਾ ਹੋਵੇ ਤੇ ਬੜੇ ਹੀ ਵਿਗਨ ਪੈਂਦੇ ਆ, ਬੜੇ ਹੀ ਕਾਰਜ ਜਿਹੜੇ ਆ ਉਹ ਵਿਗਨਾਂ ਦੇ ਸਹਿਤ ਹੀ ਸੰਪੂਰਨ ਹੁੰਦੇ ਆ। ਪਰ ਜੇ ਕਿਤੇ ਕਿਸੇ ਨੇ ਗਾਉਣ ਵਾਲੀ ਬੁਲਾਉਣੀ ਹੋਵੇ ਤਾਂ ਉੱਥੇ ਢੋਲੀਆਂ ਛਾਣੇ ਵਜਾਉਣੇ ਹੋਣ ਤੇ ਲੱਚਰ ਗੀਤ ਗਾਉਣੇ ਹੋਣ ਤੇ ਬੜੀ ਹੀ ਜਲਦੀ ਝੱਟ ਹੀ ਉਹ ਸਾਰਾ ਆਪਣਾ ਪ੍ਰੋਗਰਾਮ ਸਿਰਜ ਲੈਂਦੇ। ਕਲਯੁਗ ਕਹਿੰਦਾ ਮਹਾਰਾਜ ਚੰਗੇ ਕੰਮ ਦੇ ਵਿੱਚ ਬੜੇ ਵਿਗਨ ਪੈਣਗੇ। ਮੇਰੇ ਸਮੇਂ ਦੇ ਵਿੱਚ ਜੇ ਕੋਈ ਬੁਰਾ ਕਰਮ ਕਰੇਗਾ ਉਹਦਾ ਕੰਮ ਜਿਹੜਾ ਝੱਟ ਹੀ ਸੌਰ ਜਾਇਆ ਕਰੇਗਾ। ਮਿੱਤਰ ਕਰੈ ਅਤ ਸ਼ਤਰਤਾ ਸ਼ਤਰੂ ਮੀਤ ਕਾ ਕਾਮ। ਜਦੋਂ ਕਿਸੇ ਨੂੰ ਕੰਮ ਪਵੇਗਾ ਨਾ, ਜਿਹੜਾ ਉਹਦਾ ਮਿੱਤਰ ਹੋਵੇਗਾ ਉਸ ਸਮੇਂ ਮਹਾਰਾਜ ਉਹ ਸ਼ਤਰੂ ਦਾ ਕੰਮ ਕਰੇਗਾ। ਅੱਗੋਂ ਪਿੱਛੋਂ ਤਾਂ ਮਿੱਤਰ ਬਣੇ ਰਹਿਣਗੇ, ਪਰ ਜਦੋਂ ਕੋਈ ਕੰਮ ਆ ਕੇ ਪਵੇਗਾ ਨਾ ਤਾਂ ਜਿਹੜਾ ਮਿੱਤਰ ਹੈ ਉਹ ਸ਼ਤਰੂ ਦਾ ਕੰਮ ਕਰੇਗਾ, ਭਾਵ ਦੁਸ਼ਮਣ ਦਾ ਕੰਮ ਕਰੇਗਾ। ਪਰ ਕੰਮ ਪੈਣ ਤੇ ਮਹਾਰਾਜ ਦੁਸ਼ਮਣ ਮਿੱਤਰ ਵਾਲਾ ਕੰਮ ਕਰ ਦੇਵੇਗਾ, ਐਸੀ ਉਲਟੀ ਰੀਤ ਚਲਾ ਦੇਵਾਂਗਾ। ਸੁਣ ਬੋਲੇ ਕੌਤਕ ਭਲੇ ਤੂੰ ਤਾਂ ਨਟ ਜਿਉ ਪੰਥ। ਮਹਾਰਾਜ ਸਾਹਿਬ ਜੀ ਸੁਣ ਕਰਕੇ ਕਹਿਣ ਲੱਗੇ ਤੂੰ ਤਾਂ ਫਿਰ ਨਟ ਵਾਂਗ ਬਾਜੀਗਰ ਵਾਂਗ ਇਹ ਸਾਡੇ ਪੰਥ ਦੇ ਅੰਦਰ ਜਿਹੜੀਆਂ ਆਪਣੀਆਂ ਕਰਵਟਾਂ ਬਦਲ ਕਰਕੇ ਦਿਖਾਵੇਂਗਾ। ਨਾਮਦਾਨ ਹੋਏ ਪੰਥ ਮੈਂ ਕਰੀ ਹੈ ਆਪਣੀ ਸੰਥ। ਇਹ ਕਹਿੰਦਾ ਮਹਾਰਾਜ ਤੁਹਾਡੇ ਪੰਥ ਵਿੱਚ ਮੇਰਾ ਜ਼ੋਰ ਕਿੱਥੇ ਚੱਲੇਗਾ, ਕਿਉਂਕਿ ਆਪ ਜੀ ਨੇ ਆਪਣੇ ਖਾਲਸੇ ਨੂੰ ਨਾਮ ਦਾ ਦਾਨ ਦਿੱਤਾ ਹੈ ਨਾ। ਇਸ ਕਰਕੇ ਮਹਾਰਾਜ ਜੀ ਮੇਰੀ ਨਾਮ ਦੇ ਉੱਤੇ ਕੋਈ ਵੀ ਮਹਾਰਾਜ ਸ਼ਕਤੀ ਨਹੀਂ ਚੱਲਦੀ ਹੈ। ਕਿਰਪਾ ਕਰਕੇ ਮਹਾਰਾਜ ਮੈਨੂੰ ਵੀ ਕੋਈ ਸੇਵਾ ਦਾ ਮਹਾਰਾਜ ਮੌਕਾ ਬਖਸ਼ੋ ਜੀ। ਆਪ ਬੋਲੇ ਸਤ ਗੁਰ ਸਹੀ ਸੁਣੈ ਸੁਨਾਬ ਉਦਾਤ। ਸੱਚੇ ਪਾਤਸ਼ਾਹ ਮਹਾਰਾਜ ਸੁਣ ਕਰਕੇ ਕਹਿਣ ਲੱਗੇ ਹੋਰ ਤੂੰ ਸੁਣਾ, ਤੂੰ ਕੀ ਜ਼ੋਰ ਲਾ ਸਕਦਾ ਹੈ, ਕਿੰਨੀ ਤਾਕਤ ਵਰਤ ਸਕਦਾ ਹੈ। ਹਮ ਹਮਰੇ ਸੰਗਤ ਭਗਤ ਕਹਾਂ ਤੁਮਾਰੀ ਬਾਤ। ਮਹਾਰਾਜ ਕਹਿੰਦੇ ਕਿੱਥੇ ਕਲਯੁਗ ਤੇਰੀ ਬਾਤ, ਕਿੱਥੇ ਸਾਡਾ ਖਾਲਸਾ, ਕਿੱਥੇ ਗੁਰੂ ਨਾਨਕ ਸਾਹਿਬ ਦੀ ਸੰਗਤ। ਤੇਰਾ ਤਾਂ ਸਾਡੇ ਨਾਲ ਕਦਾਚਿਤ ਵੀ ਕੋਈ ਜਿਹੜਾ ਹੈ ਪਿਆਰ ਵਾਲੀ ਗੱਲ ਤਾਂ ਨਿਭ ਨਹੀਂ ਸਕਦੀ, ਕਿਉਂਕਿ ਤੇਰਾ ਤਾਂ ਸਭ ਕੁਝ ਹੀ ਉਲਟ ਹੈ। ਅਸੀਂ ਸਤਿਗੁਣ ਬਖਸ਼ਿਸ਼ ਕੀਤੇ ਆ ਆਪਣੇ ਸਿੱਖਾਂ ਨੂੰ, ਤੇਰੇ ਅੰਦਰ ਜਿੰਨੇ ਔਗਣ ਨੇ ਪਾਪ ਨੇ ਉਹ ਗਿਣੇ ਨਹੀਂ ਜਾ ਸਕਦੇ। ਤੇਰਾ ਨਿਰਭਾ ਸਾਡੇ ਨਾਲ ਕਿਵੇਂ ਹੋਵੇਗਾ। ਕਲ ਜੁਗ ਬੋਲ ਸੁਣਾਇਓ ਸੁਣੋ ਹਮਾਰੀ ਖਿਆਤ। ਕਹਿਣ ਲੱਗਾ ਮਹਾਰਾਜ ਮੈਂ ਆਪਣੀ ਬਾਬਤ ਸਭ ਕੁਝ ਹੀ ਆਪ ਜੀ ਨੂੰ ਸੁਣਾਉਣਾ ਹਾਂ, ਮੇਰੇ ਜੋ ਖਿਆਲ ਹੈ ਸੱਚੇ ਪਾਤਸ਼ਾਹ ਉਹ ਕਿਰਪਾ ਕਰਕੇ ਸੁਣਨਾ ਕਰੋ ਜੀ। ਕਥਾ ਸੁਣਾਵੋ ਆਦ ਕੀ ਮਤ ਕਰੀ ਹੈ ਵਖਿਆਤ। ਮਹਾਰਾਜ ਮੈਂ ਇਹ ਆਪਣੇ ਆਦ ਦੀ ਕਥਾ ਸੁਣਾਉਂਦਾ ਹਾਂ, ਜਿੱਥੋਂ ਸਾਧ ਸੰਗਤ ਜੀ ਇਸ ਦੀ ਉਤਪਤੀ ਹੋਈ। ਜਿਹੜੇ ਸਨਾਤਨੀ ਮਤ ਦੇ ਗ੍ਰੰਥ ਹੈ ਉਹਨਾਂ ਤੋਂ ਵੀ ਇਹ ਮੰਨਿਆ ਜਾਂਦਾ ਹੈ ਕਿ ਕਲਯੁਗ ਦੀ ਉਤਪਤੀ ਜਿਵੇਂ ਬ੍ਰਹਮਾ ਜੀ ਸਭ ਸ੍ਰਿਸ਼ਟੀ ਨੂੰ ਰਚਦੇ ਐ, ਇਵੇਂ ਚਾਰ ਯੁੱਗ ਵੀ ਬ੍ਰਹਮਾ ਜੀ ਦੇ ਰਚੇ ਹੋਏ ਆ। ਕਿਉਂਕਿ ਜਦੋਂ ਚਾਰ ਯੁੱਗ ਨਹੀਂ ਸਨ, ਬ੍ਰਹਮਾ ਜੀ ਹੀ ਸਭ ਤੋਂ ਪਹਿਲੋਂ ਪੈਦਾ ਹੋਏ। ਇਸ ਗੱਲ ਦੀ ਗਵਾਹੀ ਸਤਿਗੁਰੂ ਜੀ ਦੀ ਬਾਣੀ ਵੀ ਭਰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਹੈ ਨਾਭ ਕਮਲ ਤੇ ਬ੍ਰਹਮਾ ਉਪਜੈ, ਵੇਦ ਪੜ੍ਹੈ ਮੁਖ ਕੰਠ ਸਵਾਰ। ਇਸ ਪ੍ਰਕਾਰ ਗੂਜਰੀ ਰਾਗ ਵਿੱਚ ਇਹ ਪੰਕਤੀਆਂ ਆਉਂਦੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਨਾਭ ਦੀ ਕਮਲ ਤੋਂ ਭਾਵ ਬ੍ਰਹਮਾ ਜੀ ਪੈਦਾ ਹੋਏ, ਚਾਰ ਯੁੱਗਾਂ ਦੀ ਰਚਨਾ ਕੀਤੀ, ਫਿਰ ਸ੍ਰਿਸ਼ਟੀ ਦੀ ਜੀਵਾਂ ਦੀ ਰਚਨਾ ਕਰਨਾ ਕੀਤੀ।
ਇਸ ਪ੍ਰਕਾਰ ਕਲਯੁਗ ਨੇ ਕਹਿਣਾ ਆਰੰਭ ਕੀਤਾ ਹੈ। ਕਲ ਨਾ ਗੁਰ ਬਖਸ਼ ਸਿੰਘ ਤੋ ਕੋ ਦੀਨੋ ਇਹ। ਮਹਾਰਾਜ ਸਾਹਿਬ ਜੀ ਦਾ ਇਹ ਕਲਨਾਮਾ ਭਾਵ ਜੋ ਕਲਯੁਗ ਨਾਲ ਵਾਰਤਾਲਾਪ ਹੋਈ, ਗੁਰਬਖਸ਼ ਸਿੰਘ ਜੀ ਮਹਾਪੁਰਸ਼ ਕਹਿੰਦੇ ਐ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਤੇ ਸਮੇਂ ਆਪ ਕਿਰਪਾ ਕਰਕੇ ਇਹ ਬਖਸ਼ਿਸ਼ ਕਰਨਾ ਕੀਤਾ। ਸਤਿਗੁਰ ਆਪ ਸੁਣਾਇਆ ਸਾਚ ਸੁਣਾਵੋ ਤੋਹੇ। ਸਾਹਿਬ ਸਿੰਘ ਲਖਾਰੀ ਜੀ ਨੂੰ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਕਹਿੰਦੇ ਆ ਸਭ ਕੁਝ ਮੈਨੂੰ ਇਹ ਸਤਿਗੁਰੂ ਜੀ ਨੇ ਦੱਸਿਆ। ਭਾਈ ਸਾਹਿਬ ਸਿੰਘ ਅਸੀਂ ਤੇਰੇ ਤਾਈਂ ਇਹ ਸਾਰਾ ਕੁਝ ਸੱਚ ਕਹਿ ਕੇ ਸੁਣਾਉਂਦੇ ਹਾਂ। ਸੁਣ ਕਲ ਜੁਗ ਮੇਰੋ ਹੁਕਮ ਤੂੰ ਮਮ ਆਗਿਆਵਾਰ। ਸੱਚੇ ਪਾਤਸ਼ਾਹ ਮਹਾਰਾਜ ਨੂੰ ਜਦੋਂ ਸਭ ਕੁਝ ਕਲਯੁਗ ਨੇ ਦੱਸਿਆ ਹੈ ਕਿ ਕਿਸ ਪ੍ਰਕਾਰ ਮੇਰੀ ਉਤਪਤੀ ਹੋਈ, ਤਾਂ ਤਿਸ ਸਮੇਂ ਦੱਸਦਾ ਹੈ ਕਲਯੁਗ ਮਹਾਰਾਜ ਬ੍ਰਹਮਾ ਜੀ ਨੇ ਕਿਹਾ ਕਿ ਪੁੱਤਰ ਤੂੰ ਮੇਰੇ ਤੋਂ ਉਤਪਤ ਹੋਇਆ ਹੈ, ਪਰ ਮੇਰੇ ਇਸ ਉਪਦੇਸ਼ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਕਰ। ਸਰਬ ਮੰਤਰ ਤੋਹੇ ਰਾਜ ਰੱਦ ਨਾਮ ਮੰਤਰ ਸਿਧ ਸਾਰ। ਸਾਰੇ ਮੰਤਰ ਤੇਰੇ ਰਾਜ ਵਿੱਚ ਰੱਦ ਹੋ ਜਾਣਗੇ, ਹਰੇਕ ਮੰਤਰ ਦੀ ਕਾਟ ਹੋਵੇਗੀ, ਸਾਰੇ ਮੰਤਰ ਨਾਸ਼ ਹੋ ਜਾਣਗੇ, ਪਰ ਇੱਕ ਨਾਮ ਦਾ ਮੰਤਰ ਤੇਰੇ ਰਾਜ ਵਿੱਚ ਪ੍ਰਬਲਤਾ ਦੇ ਸਹਿਤ ਹੋਵੇਗਾ। ਜਿਸ ਸਮੇਂ ਤੇਰਾ ਸਮਾਂ ਹੋਵੇਗਾ, ਤੇਰਾ ਰਾਜ ਹੋਵੇਗਾ, ਨਾਮ ਦੀ ਬਹੁਬਲਤਾ ਹੋਵੇਗੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕਹੇ ਨੇ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਅਨ ਰੂਤ ਨਾਹੀ ਨਾਹੀ ਮਤ ਪਰਮ ਭੂਲੋ ਭੂਲੋ। ਸਤਿਗੁਰੂ ਜੀ ਨੇ ਕਿਹਾ ਕਲਯੁਗ ਦੇ ਵਿੱਚ ਨਾਮ ਦੇ ਬੀਜ ਬੀਜਣ ਦੀ ਰੁੱਤ ਹੈ। ਬ੍ਰਹਮਾ ਜੀ ਕਹਿੰਦੇ ਆ ਕਲਯੁਗ ਨੂੰ ਕਿ ਸਾਰੇ ਹੀ ਮੰਤਰ ਨਸ਼ਟ ਹੋ ਜਾਣਗੇ, ਕਿਸੇ ਮੰਤਰ ਦੀ ਸ਼ਕਤੀ ਕਾਟ ਨਹੀਂ ਕਰੇਗੀ, ਪਰ ਵਾਹਿਗੁਰੂ ਨਾਮ ਦਾ ਮੰਤਰ ਜਿਹੜਾ ਤੇਰੇ ਰਾਜ ਵਿੱਚ ਬੜਾ ਪ੍ਰਬਲ ਹੋਵੇਗਾ। ਔਰ ਜੁਗਨ ਮੈਂ ਆਸਰਾ ਬਹੁਤ ਜਗ ਤਪ ਅਰਚ। ਹੋਰ ਯੁਗਾਂ ਦੇ ਵਿੱਚ ਆਸਰਾ ਸੀ ਲੋਕਾਂ ਨੂੰ ਜਗ ਕਰਨਾ, ਤਪ ਕਰਨਾ, ਪੂਜਾ ਅਰਚਾ ਇਤਿਆਦਿਕ ਜਿਹੜੇ ਸਨ ਕਰਮ ਕਰਨੇ, ਉਹਨਾਂ ਨਾਲ ਲੋਕ ਆਸਰਾ ਲੈ ਕਰਕੇ ਜਿਉਂਦੇ ਸਨ। ਰਾਮ ਨਾਮ ਜਪ ਰਸਨ ਸਵਾਸ ਕਲ ਮਹਿ ਕਾਰਜ ਸਰਚ। ਪਰ ਕਲਯੁਗ ਦੇ ਵਿੱਚ ਜੇ ਕਿਸੇ ਨੇ ਆਪਣੇ ਸਾਰੇ ਹੀ ਕਾਰਜ ਸਵਾਰਨੇ ਆ ਤੇ ਉਹ ਰਸਨਾ ਨਾਲ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰੇ। ਕਲਯੁਗ ਦੇ ਵਿੱਚ ਜੇ ਕੋਈ ਚਾਹੁੰਦਾ ਹੈ ਕਿ ਮੇਰੇ ਸਾਰੇ ਹੀ ਕਾਰਜ ਪੂਰੇ ਹੋਣ, ਤਾਂ ਫਿਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਕਰੇ, ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹਨਾ ਕਰੇ। ਹੋਏ ਰਾਜ ਹੋਏ ਪੁੱਤਰ ਜਬ ਸਭ ਦੇਵਨ ਦਿਉ ਵਰਜ। ਕਹਿਣ ਲੱਗੇ ਜਦੋਂ ਤੇਰਾ ਰਾਜ ਹੋਵੇਗਾ ਸਭ ਦੇਵੀ ਦੇਵਤਿਆਂ ਦੀਆਂ ਸ਼ਕਤੀਆਂ ਵਰਜੀਆਂ ਜਾਣਗੀਆਂ। ਕੋਈ ਵੀ ਦੇਵੀ ਦੇਵਤੇ ਦੀ ਸ਼ਕਤੀ ਜਿਹੜੀ ਹੈ ਤੇਰੇ ਰਾਜ ਵਿੱਚ ਜਿਹੜੀ ਪ੍ਰਬਲ ਨਹੀਂ ਹੋ ਸਕੇਗੀ। ਜਿਉ ਇੱਛਾ ਤਿਉ ਵਰਤੀਏ ਨਾਮ ਮਹਾਤਮ ਗਰਜ। ਤੇ ਪਰ ਜਿਵੇਂ ਇੱਛਾ ਹੋਵੇ ਤਿਵੇਂ ਵਰਤੀ, ਪਰ ਨਾਮ ਦੀ ਮਹਿਮਾ ਜਿਹੜੀ ਆ ਉਹ ਤੇਰੇ ਰਾਜ ਵਿੱਚ ਪ੍ਰਬਲ ਰਹੇਗੀ। ਗਰਜ ਗਰਜ ਕੇ ਭਾਵ ਸਭ ਨੂੰ ਦਸੀ ਕਿ ਸਭ ਤੋਂ ਵੱਡੀ ਨਾਮ ਦੀ ਮਹਿਮਾ ਹੈ ਮੇਰੇ ਰਾਜ ਵਿੱਚ। ਭਲਾ ਤੁਮਾਰਾ ਰਾਜ ਹੋਏ ਸਗਲ ਸਿੱਧ ਹੋਏ ਬਾਚ। ਤਾਂ ਇਉਂ ਤੇਰਾ ਰਾਜ ਜਿਹੜਾ ਭਲਾ ਹੋਵੇਗਾ ਨਾਮ ਦੀ ਪ੍ਰਬਲਤਾ ਕਰਕੇ, ਤੇ ਨਾਮ ਜਪਣ ਵਾਲਿਆਂ ਦੇ ਕਾਰਜ ਸਿੱਧ ਹੋਣਗੇ। ਥੋੜੀ ਕਰਨੀ ਫਲ ਅਦਕ ਤੀਨ ਰਾਖਿਓ ਸਾਚ। ਇਉਂ ਜਿਹੜੇ 3 ਯੁੱਗ ਹੋਏ ਆ ਉਹਨਾਂ ਵਿੱਚ ਬੜੀ ਕਠਿਨ ਜਿਹੜੀ ਆ ਤਪੱਸਿਆ ਸਾਧਨਾ ਕਰਨੀ ਪੈਂਦੀ ਸੀ, ਬੜੇ ਯਤਨ ਕਰਨੇ ਪੈਂਦੇ ਸਨ, ਕਠਿਨ ਸਾਧਨ ਸਾਧਣੇ ਪੈਂਦੇ ਸਨ। ਪਰ ਕਲਯੁਗ ਦੇ ਵਿੱਚ ਕਹਿੰਦੇ ਥੋੜੀ ਜਿੰਨੀ ਕਰਨੀ ਦੇ ਨਾਲ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ। ਉਹ ਕਰਨੀ ਹੈ ਵਾਹਿਗੁਰੂ ਦੇ ਨਾਮ ਜਪਣ ਦੀ, ਉਹ ਕਰਨੀ ਹੈ ਸਤ ਸੰਗਤ ਦੇ ਕਰਨ ਦੀ। ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਹੈ ਕਿ ਕਿੰਨੇ ਸਮੇਂ ਲੱਖਾਂ ਬਰਸ ਕਹਿੰਦੇ ਨੇ ਤਪੱਸਿਆ ਹਿਮਾਲਿਆ ਦੀਆਂ ਪਰਬਤਾਂ ਤੇ ਜਾ ਕੇ ਕਰਦਾ ਰਹੇ। ਗਰਮੀਆਂ ਵਿੱਚ ਧੂਣੀਆਂ ਤਾ ਕੇ ਤਪੱਸਿਆ ਕਰੇ, ਸਰਦੀਆਂ ਵਿੱਚ ਬਰਫੀਲੇ ਪਰਬਤਾਂ ਤੇ ਬੈਠ ਕੇ ਤਪੱਸਿਆ ਕਰੇ। ਉਹਨਾਂ ਤਪੱਸਿਆ ਦਾ ਫਲ ਜਿਹੜਾ ਹੈ ਨਹੀਂ ਪ੍ਰਾਪਤ ਹੁੰਦਾ ਜਿੰਨਾ ਇੱਕ ਵਾਰ ਸ੍ਰੀ ਵਾਹਿਗੁਰੂ ਕਹਿਣ ਦਾ ਫਲ ਪ੍ਰਾਪਤ ਹੁੰਦਾ ਹੈ। ਕਲਯੁਗ ਦੇ ਸਮੇਂ ਵਿੱਚ ਨਾਮ ਦੀ ਕਰਨੀ ਦਾ ਬਹੁਤ ਵੱਡਾ ਫਲ ਪ੍ਰਾਪਤ ਹੋਵੇਗਾ। ਕਰਮ ਤਾਂ ਬਹੁਤ ਛੋਟਾ ਹੋਵੇਗਾ ਪਰ ਇਹਦਾ ਫਲ ਬਹੁਤ ਵੱਡਾ ਹੋਵੇਗਾ। ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਪਿਰਥੀਮਲ ਸਹਿਗਲ ਨੇ ਜਦੋਂ ਪੁੱਛਿਆ ਸੀ, ਸੱਚੇ ਪਾਤਸ਼ਾਹ ਕੋਈ ਮੋਕਸ਼ ਦਾ ਮਾਰਗ ਦੱਸੋ, ਮਹਾਰਾਜ ਕੋਈ ਮੁਕਤੀ ਦਾ ਸਾਧਨ ਦੱਸ ਦਿਓ, ਤਾਂ ਸਤਿਗੁਰੂ ਨੇ ਕਿਹਾ ਪਿਰਥੀਮਲ ਸਹਿਗਲ ਦੋਵੇਂ ਟਾਈਮ ਚੱਲ ਕੇ ਸੰਗਤ ਵਿੱਚ ਆਵੀਂ, ਆਪਣੇ ਮੁਖ ਤੋਂ ਵਾਹਿਗੁਰੂ ਨਾਮ ਜਪੀ ਮੁਕਤ ਹੋ ਜਾਵੇਂਗਾ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤਾਂ ਸੋਚਿਆ ਸੀ ਤੁਸੀਂ ਕਹੋਗੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਤਪੱਸਿਆ ਕਰਨੀ ਪਵੇਗੀ, ਬੜੇ ਹੋਰ ਕੋਈ ਕਠਿਨ ਸਾਧਨ ਦੱਸੋਗੇ। ਮਹਾਰਾਜ ਯਕੀਨ ਨਹੀਂ ਆਉਂਦਾ ਕਿ ਕੰਮਕਾਰ ਵੀ ਸਾਰੇ ਕਰੀਏ ਤੇ ਰੋਜ਼ ਦੋਵੇਂ ਟਾਈਮ ਸੰਗਤ ਵਿੱਚ ਜਾਣ ਨਾਲ ਹੀ ਮੋਕਸ਼ ਮਿਲ ਜਾਂਦਾ ਹੈ। ਫਿਰ ਸਤਿਗੁਰੂ ਜੀ ਨੇ ਕਿਹਾ ਸੀ ਪਿਰਥੀਮਲ ਸਹਿਗਲ ਲੱਕੜਹਾਰਾ ਸਾਰਾ ਦਿਨ ਜੰਗਲ ਵਿੱਚ ਲੱਕੜਾਂ ਕੱਟਦਾ ਹੈ ਪਰ ਉਸ ਦੀ ਮਿਹਨਤ ਦੇ ਬਦਲੇ ਉਹਨੂੰ ਫਲ ਬਹੁਤ ਥੋੜਾ ਮਿਲਦਾ ਹੈ।
ਹੋਰ ਵਪਾਰੀ ਜਿਹੜੇ ਆ ਬੜਾ ਵਪਾਰ ਕਰਦੇ ਆ, ਮਿਹਨਤ ਮੁਸ਼ੱਕਤ ਕਰਦੇ ਆ, ਪਰ ਉਹਦਾ ਫਲ ਉਹਨਾਂ ਨੂੰ ਬਹੁਤ ਥੋੜਾ ਹੁੰਦਾ ਹੈ। ਪਰ ਜਿਹੜੇ ਹੀਰੇ ਜਵਾਹਰਾਤ ਤੇ ਸੋਨੇ ਚਾਂਦੀ ਦਾ ਵਪਾਰ ਕਰਦੇ ਆ, ਉਹਨਾਂ ਦੀ ਮਿਹਨਤ ਬਹੁਤ ਘੱਟ ਹੁੰਦੀ, ਪਰ ਫਲ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਨਾਮ ਜਪਣਾ, ਸਤ ਸੰਗਤ ਕਰਨੀ, ਇਹ ਹੀਰਿਆਂ ਦੇ ਵਪਾਰ ਕਰਨ ਦੀ ਨਿਆਈ ਹੈ। ਜੇ ਤਪੱਸਿਆ ਸਾਧਨਾ ਕਰਨੀ ਹੈ ਤਾਂ ਫਿਰ ਲੱਕੜਹਾਰੇ ਦੀ ਤਰ੍ਹਾਂ ਜਾ ਮਿਹਨਤ ਕਰ ਲੈ, ਫਲ ਉਹਦਾ ਤੈਨੂੰ ਇੰਨਾ ਨਹੀਂ ਮਿਲੇਗਾ। ਸੱਚੇ ਪਾਤਸ਼ਾਹ ਦੇ ਚਰਨਾਂ ਤੇ ਝੁਕ ਗਿਆ ਪ੍ਰਿਥੀਮਲ ਸਹਿਗਲ। ਮਹਾਰਾਜ ਕਿਰਪਾ ਕਰਕੇ ਆਪਣੀ ਸੰਗਤ ਦੀ ਦਾਤ ਬਖਸ਼ੋ, ਨਾਮ ਦੀ ਦਾਤ ਬਖਸ਼ੋ। ਕਲਯੁਗ ਦੇ ਵਿੱਚ ਬੜਾ ਸੌਖਾ ਸਾਧਨ ਹੈ, ਕਿਉਂਕਿ ਕਲਯੁਗ ਦੇ ਵਿੱਚ ਤੇ ਇੱਕ ਤਾਂ ਜੀਵ ਦੀ ਉਮਰ ਬਹੁਤ ਛੋਟੀ ਹੈ। 100 ਸਾਲ ਦੀ ਉਮਰ ਕੋਈ ਬਹੁਤ ਲੰਮੀ ਉਮਰ ਨਹੀਂ ਮੰਨੀ ਗਈ ਬਾਕੀਆਂ ਯੁੱਗਾਂ ਦੇ ਬਰਾਬਰ, ਕਿਉਂਕਿ ਕਿਸੇ ਯੁੱਗ ਵਿੱਚ 1000 ਵਰਾ ਤੇ ਕਿਸੇ ਵਿੱਚ 10,000 ਵਰਾ ਹੈ। ਇੰਨੀ ਉਮਰਾਂ ਲੈ ਕੇ ਲੋਕ ਜਿਉਂਦੇ ਸਨ, ਪਰ ਕਲਯੁਗ ਦੇ ਵਿੱਚ ਤਾਂ 100 ਸਾਲ ਦੀ ਆਜੂ ਹੈ। ਇੰਨੀ ਛੋਟੀ ਜੀ ਆਜੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਕਰਕੇ ਫਿਰ ਇਸ ਛੋਟੀ ਆਜੂ ਵਿੱਚ ਥੋੜੀ ਜੀ ਕਰਨੀ ਦਾ ਵੱਡਾ ਫਲ ਬਖਸ਼ਿਸ਼ ਕੀਤਾ ਹੈ ਕਿ ਜੇ ਆਪਣੇ ਸਵਾਸਾਂ ਨਾਲ ਵਾਹਿਗੁਰੂ ਮੰਤਰ ਜਪੇ ਤਾਂ ਉਹਦਾ ਫਲ ਉਹਨੂੰ ਉਹੋ ਹੀ ਪ੍ਰਾਪਤ ਹੋਵੇਗਾ ਜੋ ਸਾਧ ਸੰਗਤ ਜੀ ਲੱਖਾਂ ਬਰਸ ਤਪੱਸਿਆ ਕਰਨ ਨਾਲ ਵੀ ਨਹੀਂ ਪ੍ਰਾਪਤ ਹੁੰਦਾ। ਮੋਕਸ਼ ਨੂੰ ਪਹੁੰਚ ਜਾਵੇਗਾ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਨ ਵਾਲਾ। ਪਰਅੰਛੀ ਪਰ ਨਾਰ ਤਜ ਨਾਮ ਸਲਾਹੈ ਸਵਾਸ। ਜਿਹੜਾ ਪਰ ਅੰਛੀ ਭਾਵ ਪਰਾਏ ਦਾ ਧਨ ਵੇਖ ਕਰਕੇ ਲਾਲਚ ਨਹੀਂ ਕਰੇਗਾ ਤੇ ਪਰ ਇਸਤਰੀ ਨੂੰ ਤਿਆਗ ਕਰਕੇ ਨਾਮ ਦਾ ਪ੍ਰੇਮ ਕਰੇਗਾ, ਤੇਰੇ ਸਮੇਂ ਦੇ ਅੰਦਰ ਹਰ ਭਜ ਹਰ ਚਿਤ ਹੇਤ ਹਰ ਸਿਧ ਕੀ ਕੁਲ ਆਸ। ਜਿਸ ਦੇ ਅੰਦਰ ਵਾਹਿਗੁਰੂ ਦਾ ਹੀ ਭਜਨ ਕਰਨ ਦਾ ਚਾਹ ਹੋਵੇਗਾ, ਜਿਸ ਦੀ ਰਸਨਾ ਤੇ ਵਾਹਿਗੁਰੂ ਨਾਮ ਹੋਵੇਗਾ, ਜਿਹਦੇ ਅੰਦਰ ਇਸ ਪ੍ਰਕਾਰ ਵਾਹਿਗੁਰੂ ਰਾਮ ਦਾ ਹੋਵੇਗਾ, ਜਿਹੜਾ ਆਪਣੀ ਵੰਸ਼ ਦੇ ਵਿੱਚ ਵੀ ਨਾਮ ਦਾ ਬੀਜ ਬੀਜੇਗਾ ਕਲਯੁਗ, ਉਸ ਦੇ ਉੱਪਰ ਤੇਰਾ ਜ਼ੋਰ ਨਹੀਂ ਚੱਲੇਗਾ। ਦੇਹ ਅੰਤ ਵੀ ਹਰ ਭਜੇ ਤੋ ਪੀ ਹੋਏ ਨਿਸਤਾਰ। ਐਸਾ ਉਸ ਦਾ ਨਿਸਤਾਰਾ ਹੋਵੇਗਾ। ਜੇ ਕਲਯੁਗ ਨੂੰ ਕਹਿੰਦੇ ਆ ਤੇਰੇ ਸਮੇਂ ਦੇ ਅੰਦਰ ਸਾਰੇ ਜੀਵਨ ਵੀ ਜੇ ਉਹਨੇ ਭਜਨ ਨਹੀਂ ਕੀਤਾ, ਜੇ ਮਰਨ ਲੱਗਿਆ ਮੁਖ ਤੋਂ ਵਾਹਿਗੁਰੂ ਸ਼ਬਦ ਨਿਕਲ ਗਿਆ ਤਾਂ ਵੀ ਉਹਨੂੰ ਤਾਰ ਦੇਵਾਂਗੇ, ਤਾਂ ਵੀ ਉਹਦਾ ਨਿਸਤਾਰਾ ਕਰ ਦੇਵਾਂਗੇ। ਜਦੋਂ ਮਰਨ ਲੱਗਿਆ ਵੀ ਸਤਨਾਮ ਵਾਹਿਗੁਰੂ ਦਾ ਜਾਪ ਮੁਖ ਤੋਂ ਨਿਕਲ ਜਾਵੇ ਤਾਂ ਉਸ ਦੀ ਵੀ ਕਲਿਆਣ ਹੋ ਜਾਵੇਗੀ। ਐਸੇ ਹਰ ਕੋ ਨਤ ਭਜੈ ਭੌਜਲ ਉਤਰੇ ਪਾਰ। ਐਸੇ ਦਿਆਲੂ ਵਾਹਿਗੁਰੂ ਜੀ ਦੇ ਨਾਮ ਨੂੰ ਜਿਹੜਾ ਨਿਤਾ ਪ੍ਰਤੀ ਭਜਨ ਕਰੇਗਾ, ਉਹ ਭਵਜਲ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵੇਗਾ। ਬ੍ਰਹਮ ਪਰਾਇਣ ਹੋਏ ਕੈ ਤਨ ਮਨ ਅਰਪੈ ਜੋਏ। ਜਿਹੜਾ ਵਾਹਿਗੁਰੂ ਜੀ ਦੇ ਪ੍ਰਾਇਣ ਹੋ ਜਾਵੇਗਾ, ਨਿਰੰਕਾਰ ਦੇ ਆਸਰੇ ਹੋ ਕਰਕੇ ਆਪਣਾ ਤਨ ਮਨ ਅਰਪਣ ਕਰ ਦੇਵੇਗਾ। ਤਾਂ ਕਾ ਵੀ ਤੂੰ ਭੈ ਕਰੀ ਇਹ ਹਮਾਰੀ ਖੋਏ। ਇਹ ਮੇਰੀ ਆਗਿਆ ਹੈ ਕਿ ਉਸ ਦਾ ਤੂੰ ਭੈ ਕਰੀ, ਉਸ ਤੋਂ ਡਰ ਜਾਵੀਂ, ਕਦੇ ਵੀ ਉਸ ਦੇ ਨਜ਼ਦੀਕ ਨਾ ਜਾਵੀਂ। ਜਿਹੜਾ ਤਨ ਮਨ ਕਰਕੇ ਗੁਰੂ ਕਾ ਦਾਸ ਹੋ ਜਾਵੇਗਾ, ਗੁਰੂ ਕਾ ਸਿੱਖ ਬਣ ਜਾਵੇਗਾ, ਉਸ ਦੇ ਨੇੜੇ ਨਾ ਜਾਵੀਂ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਯਹ ਸਾਧੂ ਕੀਰਤਨ ਭਜਨ ਨਾਨਕ ਨੀਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਹ ਸਾਧੂ ਕੀਰਤਨ ਭਜਨ ਨਾਨਕ ਨੀਤ। ਸੋ ਸਾਧ ਸੰਗਤ ਪੰਕਤੀ ਕਈ ਵਾਰ ਵਿਸਰ ਜਾਂਦੀ ਹੈ, ਨਹੀਂ ਕੰਠ ਕਈ ਵਾਰ ਪੰਕਤੀ ਹੁੰਦੀ ਆ ਉਹ ਰਸਨਾ ਤੇ ਨਹੀਂ ਚੜ੍ਹਦੀ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ ਕਿ ਜਿੱਥੇ ਸਾਧੂਆਂ ਦੀ ਸੰਗਤ ਦਾ ਭਜਨ ਹੁੰਦਾ ਹੋਵੇਗਾ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁਟਹਿ ਨਿਕਟ ਨਾ ਜਾਈ ਉਹ ਦੂਤ। ਕਹਿੰਦੇ ਤੂੰ ਵੀ ਬੱਜਿਆ ਜਮਦੂਤ ਨਹੀਂ ਛੁਟੇਗਾ। ਧਰਮ ਰਾਜਾ ਕਹਿੰਦਾ ਮੇਰੀ ਪੁਰੀ ਵੀ ਨਹੀਂ ਬੱਜੀ ਹੋਈ ਛੁਟੇਗੀ। ਇਸ ਕਰਕੇ ਜਿੱਥੇ ਸੰਗਤ ਭਜਨ ਕਰਦੀ ਹੈ, ਜਿੱਥੇ ਵਾਹਿਗੁਰੂ ਦਾ ਨਾਮ ਜਪਦੇ ਆ, ਉਥੇ ਨਾ ਤੂੰ ਕਿਤੇ ਜਾਣਾ ਕਰੀ। ਜਿਹੜੇ ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ ਆ, ਜਿਹੜੇ ਨਾਮ ਜਪਦੇ ਆ, ਉਹਨਾਂ ਤੋਂ ਡਰਨਾ ਕਰੀ, ਭੈ ਕਰਨਾ ਕਰੀ। ਜੇ ਬੇਅਦਬੀ ਕਰੇਗਾ, ਨੇੜੇ ਜਾਣ ਦਾ ਹੌਸਲਾ ਕਰੇਗਾ ਤਾਂ ਫਿਰ ਮੇਰੀ ਵੀ ਨਾਲ ਹੀ ਨਰਾਦਰੀ ਹੋਵੇਗੀ। ਨਾ ਹੀ ਬੱਜੀ ਹੋਈ ਜੰਮਪੁਰੀ ਛੁੱਟ ਸਕੇਗੀ, ਨਾ ਬੱਜਿਆ ਹੋਇਆ ਤੂੰ ਛੁੱਟ ਸਕੇਗਾ। ਇਸ ਪ੍ਰਕਾਰ ਕਲਯੁਗ ਨੂੰ ਹਦਾਇਤ ਕਰਦੇ ਹਨ ਬ੍ਰਹਮਾ ਜੀ। ਅਪਰ ਸਗਲ ਤਜ ਆਸਰੋ ਏਕ ਨਾਮ ਕੋ ਪ੍ਰੇਮ। ਹੋਰ ਸਾਰੇ ਹੀ ਆਸਰੇ ਤਜ ਕਰਕੇ ਛੱਡ ਕਰਕੇ ਜਿਹੜਾ ਇੱਕ ਨਾਮ ਦਾ ਪਿਆਰ ਆਸਰਾ ਆਪਣੇ ਹਿਰਦੇ ਵਿੱਚ ਧਾਰਨ ਕਰੇਗਾ। ਦੀਨ ਲੋਕ ਕੋ ਵੇਦ ਕੈ ਜਾਏ ਸੋ ਜਸ ਜੀ ਖੇਮ। ਤੇ ਜਿਹੜਾ ਤਿੰਨਾਂ ਲੋਕਾਂ ਨੂੰ ਭਾਵ ਵੇਦ ਕਰਕੇ ਵਿਨ ਕਰਕੇ ਫਿਰ ਉਹ ਬ੍ਰਹਮ ਲੋਕ ਵਿੱਚ ਪਹੁੰਚ ਜਾਵੇਗਾ, ਭਾਵ ਸੱਚਖੰਡ ਦੇ ਵਿੱਚ ਪਹੁੰਚ ਜਾਵੇਗਾ। ਉਹਦੀ ਅਵਸਥਾ ਇਹੋ ਜੀ ਹੋਵੇਗੀ, ਤੇਰੇ ਸਮੇਂ ਵਿੱਚ ਰਹਿੰਦਾ ਹੋਇਆ ਵੀ ਉਹ ਪਾਪਾਂ ਤੋਂ ਨਿਰਲੇਪ ਰਹੇਗਾ। ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦਾ ਹੀ ਪਾਣੀ ਤੋਂ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ,
ਇਵੇਂ ਕਲਯੁਗ ਦੇ ਸਮੇਂ ਵਿੱਚ ਰਹਿੰਦੇ ਹੋਏ ਮਹਾਰਾਜ ਕਹਿੰਦੇ, ਉਹ ਗੁਰਮੁਖ ਪਿਆਰੇ ਦੀਸੈ ਸਾਮੈ ਸਭ ਤੇ ਰਹਤੇ, ਪਾਰ ਬ੍ਰਹਮ ਕਾਉ ਧਿਆਨ ਤਰਤੇ। ਤੁਰਦੇ ਫਿਰਦੇ ਉਹ ਵਿਹਾਰ ਕਰਦੇ ਸਭ ਵਿੱਚ ਦਿਸਦੇ ਐ, ਪਰ ਉਹਨਾਂ ਦਾ ਧਿਆਨ ਗੁਰੂ ਵਿੱਚ ਲੱਗਾ ਰਹਿੰਦਾ ਹੈ, ਨਿਰੰਕਾਰ ਵਿੱਚ ਲੱਗਾ ਰਹਿੰਦਾ ਹੈ। ਇਹੋ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਗੁਰਸਿੱਖਾਂ ਦਾ ਸੁਭਾਅ ਹੁੰਦਾ ਹੈ। ਕਲਯੁਗ ਨੂੰ ਕਹਿੰਦੇ ਤੇਰਾ ਸਮਾਂ ਬੜਾ ਪ੍ਰਬਲ ਹੋਵੇਗਾ, ਹਰੇਕ ਤੇ ਤੇਰਾ ਜ਼ੋਰ ਚੱਲੇਗਾ, ਪਰ ਜਿਹੜੇ ਗੁਰੂ ਕੇ ਸਿੱਖ ਹੋਣਗੇ ਉਹਨਾਂ ਉੱਤੇ ਤੇਰਾ ਜ਼ੋਰ ਨਹੀਂ ਚੱਲ ਸਕੇਗਾ। ਆਪਣੀ ਨਾਰੀ ਸੱਚ ਬਿਰਤ, ਖਾਜ ਅਖਾਜੀ ਬਿਰਤ। ਫਿਰ ਐਸਾ ਜਿਸ ਦਾ ਸੁਭਾਅ ਹੋਵੇਗਾ ਆਪਣੀ ਪਤਨੀ ਦੇ ਧਰਮ ਵਿੱਚ ਪਰਪੱਕ ਰਹੇਗਾ, ਜਾਂ ਪਤਨੀ ਆਪਣੇ ਪਤੀ ਵਰਤਾ ਧਰਮ ਵਿੱਚ ਪਰਪੱਕ ਰਹੇਗੀ। ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਤੇ ਕਿਹੜੀ ਚੀਜ਼ ਨਹੀਂ ਖਾਣੀ ਚਾਹੀਦੀ ਵੇਖ ਕਰਕੇ ਆਪਣੇ ਮੁਖ ਦੇ ਉੱਤੇ ਸੰਜਮ ਰੱਖੇਗਾ, ਆਪਣੀਆਂ ਅੱਖਾਂ ਦੇ ਉੱਤੇ ਸੰਜਮ ਰੱਖੇਗਾ, ਆਪਣੀ ਜੀਭਾ ਦੇ ਉੱਤੇ ਸੰਜਮ ਰੱਖੇਗਾ। ਪਰ ਜੀਵ ਦਾ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਦੇ ਉੱਤੇ ਸੰਜਮ ਨਹੀਂ ਹੈ। ਨੇਤਰਾਂ ਤੇ ਸੰਜਮ ਨਹੀਂ ਰਹਿੰਦਾ ਕਿ ਕੀ ਚੀਜ਼ਾਂ ਵੇਖਣੀਆਂ ਚਾਹੀਦੀਆਂ ਕੀ ਨਹੀਂ ਵੇਖਣੀਆਂ ਚਾਹੀਦੀਆਂ। ਰਸਨਾ ਦੇ ਉੱਤੇ ਸੰਜਮ ਨਹੀਂ ਰਹਿੰਦਾ ਹੈ, ਕੀ ਬੋਲਣਾ ਚਾਹੀਦਾ ਕੀ ਨਹੀਂ ਬੋਲਣਾ ਚਾਹੀਦਾ। ਗਲਤ ਵੇਖਣ ਕਰਕੇ ਤੇ ਗਲਤ ਬੋਲਣ ਕਰਕੇ ਜਿੰਨੀ ਸਾਡੀ ਸਰੀਰ ਦੀ ਸ਼ਕਤੀ ਨਸ਼ਟ ਹੁੰਦੀ ਆ, ਹੋਰ ਕਿਸੇ ਵੀ ਕਾਰਜ ਨਾਲ ਇੰਨੀ ਸ਼ਕਤੀ ਨਸ਼ਟ ਨਹੀਂ ਹੁੰਦੀ। ਬਹੁਤ ਸਰੀਰ ਦੀ ਤਾਕਤ ਸਾਧ ਸੰਗਤ ਜੀ ਭੈੜਾ ਬੋਲਣ ਕਰਕੇ ਖਤਮ ਹੋ ਜਾਂਦੀ ਹੈ, ਬਹੁਤ ਸਰੀਰ ਦੀ ਤਾਕਤ ਜਿਹੜੀ ਆ ਭੈੜਾ ਵੇਖਣ ਕਰਕੇ ਖਤਮ ਹੋ ਜਾਂਦੀ ਹੈ। ਇਸ ਕਰਕੇ ਜਿਹੜਾ ਕੋਈ ਸੰਜਮ ਦੇ ਨਾਲ ਹੀ ਆਪਣੇ ਮੁਖ ਤੋਂ ਬੋਲੇ, ਉਹ ਬੋਲ ਬੋਲੇ ਜਿਸ ਦੇ ਨਾਲ ਕਿਸੇ ਦਾ ਹਿਰਦਾ ਨਾ ਦੁਖੇ, ਹਰੇਕ ਨੂੰ ਉਹ ਬੋਲ ਚੰਗਾ ਲੱਗੇ। ਇਸ ਪ੍ਰਕਾਰ ਆਪਣੇ ਨੇਤਰਾਂ ਦੇ ਉੱਤੇ ਸੰਜਮ ਕਰੇ, ਕੀ ਚੀਜ਼ ਖਾਣੀ ਚਾਹੀਦੀ ਹੈ ਕੀ ਨਹੀਂ ਖਾਣੀ ਚਾਹੀਦੀ। ਅਯੋਗ ਚੀਜ਼ਾਂ ਦਾ ਜਿਹੜਾ ਤਿਆਗ ਕਰਦਾ ਹੋਇਆ ਐਸਾ ਆਪਣੇ ਇੰਦਰੀਆਂ ਦਾ ਦਮਨ ਕਰਕੇ ਨਾਮ ਜਪਣਾ ਕਰੇ। ਸੋਈ ਸੰਤ ਗੁਰਮਾਨੀ ਹੋ, ਕੁਲ ਕਲੂ ਪੁੱਤਰ ਸਤ ਜਿਤ ਚਿਤ। ਕਹਿੰਦੇ ਨੇ ਕਲਯੁਗ ਪੁੱਤਰ ਉਹ ਤੇਰੇ ਸਮੇਂ ਵਿੱਚ ਸੰਤ ਹੋਵੇਗਾ, ਉਸ ਨੂੰ ਸੰਤ ਮੰਨਿਆ ਜਾਵੇਗਾ ਜਿਹਦੇ ਅੰਦਰ ਨਾਮ ਰਮਦਾ ਹੋਵੇਗਾ, ਅੱਖਾਂ ਤੇ ਕੰਟਰੋਲ ਹੋਵੇਗਾ, ਜੀਭਾ ਤੇ ਉਹਦਾ ਸੰਜਮ ਹੋਵੇਗਾ, ਕੰਨਾਂ ਦੇ ਉੱਤੇ ਸੰਜਮ ਹੋਵੇਗਾ, ਜਿਨੇ ਆਪਣੀਆਂ ਇੰਦਰੀਆਂ ਨੂੰ ਵਸ ਕੀਤਾ ਹੋਵੇਗਾ ਉਹ ਸੰਤ ਅਖਵਾਵੇਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਅਜੋਕੇ ਸਮੇਂ ਦੇ ਅੰਦਰ ਇਹੋ ਜਿਹੇ ਸ਼ੁਭ ਲੱਛਣ ਜਿਸ ਕਿਸੇ ਜੀਵ ਵਿੱਚ ਹੋਣ ਤਾਂ ਉਸ ਨੂੰ ਸੰਤ ਕਿਹਾ ਜਾ ਸਕਦਾ ਹੈ। ਪਰ ਜੇ ਕੋਈ ਸੰਤ ਵਾਲਾ ਲਿਬਾਸ ਪਾ ਕਰਕੇ ਕਹੇ ਤਾਂ ਉਸ ਨੂੰ ਤਾਂ ਸੰਤ ਨਹੀਂ ਮੰਨਿਆ ਜਾ ਸਕਦਾ, ਜੇ ਮਹਾਪੁਰਸ਼ਾਂ ਵਾਲੇ ਲੱਛਣ ਨਹੀਂ ਹਨ। ਇਹ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀਐ, ਮਹਾਪੁਰਸ਼ ਦੀ ਨਿਸ਼ਾਨੀ ਇਹ ਹੁੰਦੀ ਹੈ ਜਿਹਦੇ ਵੱਲ ਵੇਖ ਕੇ ਕਲੇਜੇ ਨੂੰ ਠੰਡ ਪੈ ਜਾਵੇ, ਜਿਹਦਾ ਦਰਸ਼ਨ ਕਰਕੇ ਹਿਰਦਾ ਸ਼ਾਂਤ ਹੋ ਜਾਵੇ। ਇਹੋ ਜਿਹੇ ਹੁੰਦੇ ਆ ਮਹਾਪੁਰਸ਼। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਕਲਯੁਗ ਕਹਿੰਦਾ, ਮਹਾਰਾਜ ਮੈਨੂੰ ਹਦਾਇਤ ਹੋਈ ਹੈ, ਰਾਜ ਤਾਂ ਮੇਰਾ ਬੜਾ ਪ੍ਰਬਲ ਹੈ, ਪਰ ਜਿਹੜੇ ਐਸੇ ਮਹਾਪੁਰਸ਼ ਹੋਣਗੇ ਉਹਨਾਂ ਉੱਤੇ ਮੇਰਾ ਜ਼ੋਰ ਨਹੀਂ ਚੱਲੇਗਾ। ਸਤਜੁਗ ਮੇਰੇ ਸਿਰ ਵਸੋ, ਪੂਜਾ ਵਸੋ ਤ੍ਰਿਤ। ਇਹ ਬ੍ਰਹਮਾ ਜੀ ਨੇ ਕਿਹਾ ਹੈ ਕਿ ਜਿਹੜਾ ਸਤਜੁਗ ਉਹ ਤਾਂ ਸਾਡੇ ਸੀਸ ਤੇ ਵਸਦਾ ਹੈ। ਤਾਂ ਇਸ ਪ੍ਰਕਾਰ ਜਿਹੜਾ ਇਸ ਪ੍ਰਕਾਰ ਦੁਆਰਾ ਪੜੋ, ਪੂਜਾ ਵਸੋ ਤ੍ਰਿਤ। ਤੇ ਜਿਹੜਾ ਤ੍ਰੇਤਾ ਯੁਗ ਹੈ ਸਾਡੀਆਂ ਭੁਜਾਵਾਂ ਬਾਹਾਂ ਵਿੱਚ ਵਸਦਾ ਹੈ। ਦੁਆਪਰ ਵਸਿਓ ਜੰਗ ਮਮ, ਤੂੰ ਚਰਨਨ ਕੋਸੇ। ਤੇ ਦੁਆਪਰ ਯੁਗ ਜਿਹੜਾ ਕਹਿੰਦੇ ਸਾਡੀਆਂ ਲੱਤਾਂ ਵਿੱਚ ਵਸਦਾ ਹੈ, ਤੇ ਕਲਯੁਗ ਤੂੰ ਚਰਨਾਂ ਦੇ ਵਿੱਚ ਵਸ ਰਿਹਾ ਹੈ। ਅੰਗ ਅੰਗ ਕੀ ਮੁਕਤ ਇਹ ਵੇਦ ਮਾਂਜ ਲਿਖ ਦੀਨ। ਤੇ ਕਹਿੰਦੇ ਨੇ ਚਰਨਾਂ ਦੀ ਸੇਵਾ ਵਾਲਾ ਹੀ ਮਹਾਤਮ ਪਾਉਂਦਾ ਹੈ। ਕਹਿੰਦੇ ਨੇ ਵੇਦਾਂ ਦੇ ਵਿੱਚ ਵੀ ਜਿਹੜਾ ਹੈ ਤੇਰੇ ਸਮੇਂ ਦਾ ਮਹਾਤਮ ਨਾਮ ਦੀ ਮਹਿਮਾ ਹੀ ਲਿਖੀ ਹੋਵੇਗੀ। ਜਿਹੜੇ ਵੇਦ ਵੀ ਕਹਿੰਦੇ ਆ ਕਿ ਨਾਮ ਦੀ ਮਹਿਮਾ ਕੋਈ ਨਹੀਂ ਜਾਣ ਸਕਦਾ, ਨਾਮ ਦੀ ਵੱਡੀ ਵਡਿਆਈ ਕਲਯੁਗ ਦੇ ਵਿੱਚ ਹੋਵੇਗੀ। ਸੋਈ ਸੋ ਸਾਚੀ ਭਲੀ ਸਗਲ ਸੰਭਾਲਾ ਕੀਨ। ਜਿਸ ਨੇ ਇਸ ਸੱਚੀ ਗੱਲ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਲਿਆ ਹੈ, ਸਾਰੇ ਕਰਮ ਤਜ ਕਰਕੇ ਇੱਕ ਨਾਮ ਦਾ ਕਰਮ ਕੀਤਾ ਹੈ। ਆਪਣੋ ਆਪਣੋ ਰਾਜ ਕਰ ਤੁਮ ਆਇਓ ਮਮ ਧਾਮ। ਬਾਕੀ ਸਾਰੇ ਯੁੱਗਾਂ ਨੇ ਆਪੋ ਆਪਣਾ ਰਾਜ ਕੀਤਾ। ਕਲਯੁਗ ਜਦੋਂ ਤੂੰ ਰਾਜ ਕਰਕੇ ਆਵੇਂਗਾ ਤਾਂ ਨਾਮ ਦੀ ਬਿਰਧਤਾ ਕਰਕੇ ਤੇਰੀ ਕਲਿਆਣ ਹੋਵੇਗੀ। ਕਰ ਕਰ ਕਰਨੀ ਕਲਪ ਲਗ, ਪਾਈਓ ਆਏ ਆਰਾਮ। ਇਉਂ ਫਿਰ ਜਦੋਂ ਤੇਰਾ ਯੁੱਗ ਸਮਾਪਤ ਹੋਵੇਗਾ, ਤੇਰਾ ਸਮਾਂ ਸਮਾਪਤ ਹੋਵੇਗਾ, ਤਾਂ ਨਾਮ ਦੀ ਮਹਿਮਾ ਕਰਕੇ ਜਿਹੜੇ ਗੁਰਸਿੱਖ ਹਨ ਉਹ ਤੇਰੇ ਸਮੇਂ ਵਿੱਚ ਵੱਡੀ ਵਡਿਆਈ ਪਾਉਣਗੇ। ਬ੍ਰਹਮ ਬਾਗ ਕਹਿ ਸੰਗਤਾ, ਪਰ ਪਰਾਗ ਪਸੰਤੀ ਜਾਪ। ਇਸ ਪ੍ਰਕਾਰ ਕਹਿੰਦੇ ਨੇ ਬ੍ਰਹਮਾ ਜੀ ਨੇ ਬਚਨ ਕਹੇ ਕਿ ਕਲਯੁਗ ਤੇਰੇ ਸਮੇਂ ਦੇ ਅੰਦਰ ਨਾਮ ਜਪਣ ਵਾਲਿਆਂ ਦੀ ਅਵਸਥਾ ਏਡੀ ਵੱਡੀ ਹੋਵੇਗੀ, ਉਹ ਪਰਾਬਾਣੀ ਦੇ ਨਾਲ ਜਾਪ ਕਰਿਆ ਕਰਨਗੇ। ਬਾਕੀ ਯੁੱਗਾਂ ਦੇ ਵਿੱਚ ਇਹ ਅਵਸਥਾ ਨਹੀਂ ਸੀ ਪ੍ਰਾਪਤ ਹੁੰਦੀ।
ਪਰ ਨਾਮ ਜਪਣ ਦੇ ਨਾਲ ਕਲਯੁਗ ਦੇ ਵਿੱਚ ਏਡੀ ਵੱਡੀ ਅਵਸਥਾ ਪ੍ਰਾਪਤ ਹੁੰਦੀ ਹੈ। ਬੜੇ ਸੌਖੇ ਹੀ ਕੰਮ ਕਰਦਿਆਂ ਕਿਰਤ ਕਰਦਿਆਂ ਗੁਰੂ ਕੇ ਸਿੱਖ ਜਿਹੜੇ ਆ ਇਸ ਪਰਾ ਬਾਣੀ ਦੇ ਜਾਪ ਦੀ ਅਵਸਥਾ ਨੂੰ ਪ੍ਰਾਪਤ ਕਰਨਗੇ। ਮਦਮਾ ਵੈਖਰੀ ਜਾਪ ਰਸ ਚਾਰ ਵੇਦ ਇਸ ਥਾਪ। ਇਸ ਪ੍ਰਕਾਰ ਇਹ ਚਾਰ ਬਾਣੀਆਂ ਨੇ ਮਦਮਾ, ਪਸੰਤੀ ਤੇ ਬੈਖਰੀ, ਇਹਨਾਂ ਦਾ ਅਭਿਆਸ ਕਰਨਗੇ ਜਿਹੜੇ ਜੀਵ ਉਹ ਮੋਕਸ਼ ਨੂੰ ਪ੍ਰਾਪਤ ਕਰਨਗੇ। ਨਾਰਾਇਣ ਦੇਵ ਹੈ ਪਰਾਕਾਰ ਨਰ ਪਸੰਤੀ ਇਸ਼ਟ। ਤੇ ਇਸ ਪ੍ਰਕਾਰ ਇਹਨਾਂ ਦੇ ਜਿਹੜੇ ਇਹਨਾਂ ਬਾਣੀਆਂ ਦੇ ਦੇਵਤੇ ਭਾਵ ਉਹ ਵੀ ਇਹਨਾਂ ਦੇ ਵਸਣ ਦੇ ਥਾਂ ਭਾਵ ਸਰੀਰ ਦੇ ਅੰਦਰ ਵੱਖਰੇ ਵੱਖਰੇ ਨੇ। ਕਹਿੰਦੇ ਬੈਖਰੀ ਬਾਣੀ ਜਿਹੜੀ ਆ ਉਹ ਤਾਂ ਰਸਨਾ ਤੇ ਵਸਦੀ ਆ, ਭਾਵ ਰਸਨਾ ਤੋਂ ਨਿਕਲਦੀ ਆ। ਜੋ ਅਸੀਂ ਬੋਲਦੇ ਆ ਹੁੰਦੀ ਤਾਂ ਪਹਿਲਾਂ ਪਰਾ ਬਾਣੀ ਆ, ਉਪਜਦੀ ਪਰਾਈ ਹੈ ਤੇ ਪਰ ਇਹ ਨਿਕਲਦੀ ਬੈਖਰੀ ਬਣ ਕੇ ਆ। ਇਹਨਾਂ ਦੇ ਤਿੰਨ ਬਦਲਾਵ ਹੁੰਦੇ ਆ, ਚੌਥੀ ਬੈਖਰੀ ਬਣ ਕੇ ਬਾਹਰ ਨਿਕਲਦੀ ਹੈ। ਇਹ ਜਿਹੜੀ ਬੈਖਰੀ ਜਿਹੜੀ ਆ ਰਸਨਾ ਤੇ ਵਸਦੀ ਹੈ। ਮਦਮਾ ਸਾਧ ਸੰਗਤ ਜੀ ਗਲੇ ਦੇ ਵਿੱਚ ਵਸਦੀ ਹੈ। ਬਾਗ ਦੇਵੀ ਮਦਮਾ ਵਸੈ ਵਿਆਸ ਵੇਖਰੀ ਸ੍ਰਿਸ਼ਟ। ਤੇ ਜਿਹੜੀ ਇਸ ਪ੍ਰਕਾਰ ਪਰਾ ਬਾਣੀ ਆ ਉਹ ਨਾਭੀ ਦੇ ਵਿੱਚ ਵਸਦੀ ਹੈ ਤੇ ਸਾਧ ਸੰਗਤ ਜੀ ਮਦਮਾ ਜਿਹੜੀ ਹੈ ਉਸ ਤੋਂ ਉੱਪਰ ਥੋੜੀ ਜੀ ਵਸਦੀ ਹੈ ਤੇ ਜਿਹੜੀ ਗਲੇ ਵਿੱਚ ਇਸ ਪ੍ਰਕਾਰ ਇਹ ਮਦਮਾ ਤੇ ਪਸੰਤੀ ਤੇ ਬੈਖਰੀ ਬਣ ਕੇ ਬਾਹਰ ਨਿਕਲ ਜਾਂਦੀ ਹੈ। ਸਵਾਸ ਸਹਰਾਵੇ ਨਾਭ ਘਰ ਉਠੇ ਤਰੰਗੀ ਤੋਜ। ਜਿਹੜਾ ਨਾਭ ਦੇ ਵਿੱਚ ਆਪਣੇ ਸਵਾਸਾਂ ਨੂੰ ਠਹਿਰਾਵੇ ਭਾਵ ਪਰਾ ਬਾਣੀ ਦੁਆਰਾ ਜਾਪ ਕਰੇ ਉਸ ਦਾ ਜਾਪ ਨਿਰੰਤਰ ਇੰਨਾ ਤੇਜ਼ ਹੁੰਦਾ ਹੈ ਇੱਕ ਰਸ ਜਿਵੇਂ ਸਾਧ ਸੰਗਤ ਜੀ ਡੱਡੂ ਨਹੀਂ ਜਾ ਸਕਦਾ ਹਵਾਈ ਜਹਾਜ਼ ਦੀ ਰਫ਼ਤਾਰ ਕੀ ਹੁੰਦੀ ਹੈ। ਇਵੇਂ ਕਹਿੰਦੇ ਨੇ ਮਨੁੱਖ ਇੱਕ ਵਾਰ ਬੈਖਰੀ ਬਾਣੀ ਨਾਲ ਵਾਹਿਗੁਰੂ ਕਹੇ ਤੇ ਪਰਾ ਬਾਣੀ ਦੇ ਵਿੱਚ 33 ਕਰੋੜ ਵਾਰ ਉਹ ਵਾਹਿਗੁਰੂ ਕਹਿ ਜਾਂਦੇ ਹਨ। ਉਹ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ ਇੰਨਾ ਤੇਜ਼ ਰਫ਼ਤਾਰ ਨਾਲ ਜਾਪ ਚੱਲਦਾ ਹੈ। ਨਾਮ ਭਜਨ ਕੀ ਜੁਗਤ ਇਹ ਮਥਰਾ ਬਖਸ਼ੀ ਮੋਜ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਲਯੁਗ ਕਹਿੰਦਾ ਮਹਾਰਾਜ ਜੀ ਇਹ ਨਾਮ ਦੇ ਭਜਨ ਦੀ ਜੁਗਤ ਜਿਹੜੀ ਹੈ ਮੇਰੇ ਸਮੇਂ ਵਿੱਚ ਗੁਰੂ ਤੋਂ ਪ੍ਰਾਪਤ ਹੋਵੇਗੀ। ਗੁਰੂ ਤੋਂ ਬਿਨਾਂ ਕਦਾਚਿਤ ਕਿਸੇ ਨੂੰ ਗਿਆਨ ਨਹੀਂ ਪ੍ਰਾਪਤ ਹੋ ਸਕੇਗਾ। ਕਿੰਨਾ ਵੀ ਕੋਈ ਸੰਜਮੀ ਹੋਵੇ, ਕਿੰਨਾ ਵੀ ਕੋਈ ਯਤਨ ਕਰੇ, ਉਹਦਾ ਮਹਾਰਾਜ ਪਾਪਾਂ ਤੋਂ ਬਿਰਤੀ ਨਹੀਂ ਹਟ ਸਕੇਗੀ। ਜਿਹੜਾ ਗੁਰੂ ਧਾਰਨ ਕਰਕੇ ਨਾਮ ਜਪੇਗਾ ਮਹਾਰਾਜ ਉਸ ਨੂੰ ਇਹ ਬਖਸ਼ਿਸ਼ ਪ੍ਰਾਪਤ ਹੋ ਜਾਵੇਗੀ। ਕਹਿ ਕਰ ਸਾਹਿਬ ਸਿੰਘ ਸੁਣੋ ਚੁੱਪ ਕੀਨੀ ਕਲ ਗਮ। ਤੇ ਸਮੇਂ ਭਾਈ ਸਾਹਿਬ ਸਿੰਘ ਜੀ ਨੂੰ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਕਹਿੰਦੇ ਨੇ ਇੰਨੇ ਬਚਨ ਕਹਿ ਕਰਕੇ ਕਲਯੁਗ ਨੇ ਚੁੱਪ ਕੀਤੀ। ਇਹੋ ਜਿਹੇ ਬਚਨ ਕਹਿ ਕੇ ਸਤਿਗੁਰੂ ਜੀ ਦੇ ਕੋਲੋਂ ਤੇ ਸਮੇਂ ਖਾਮੋਸ਼ ਹੋ ਗਏ ਆ। ਇਹ ਸਾਖੀ ਸਤਿਗੁਰ ਦਈ ਪੜਤ ਸੁਣਤ ਸੁਖ ਸਮ। ਇਹ ਸਤਿਗੁਰੂ ਜੀ ਨੇ ਸਾਖੀ ਮੈਨੂੰ ਬਖਸ਼ਿਸ਼ ਕੀਤੀ। ਜਿਹੜਾ ਗੁਰਸਿੱਖ ਪੜ੍ਹੇਗਾ ਸੁਣੇਗਾ ਉਸ ਨੂੰ ਸਤਿਗੁਰੂ ਦੇ ਚਰਨਾਂ ਤੇ ਨਾਮ ਦੇ ਉੱਤੇ ਵਿਸ਼ਵਾਸ ਆਵੇਗਾ। ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣ ਵਾਸਤੇ ਉਸ ਦਾ ਮਨ ਜਿਹੜਾ ਪ੍ਰਬਲਤਾ ਦੇ ਸਹਿਤ ਬੜਾ ਉਤਸ਼ਾਹਤ ਹੋਵੇਗਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਲਯੁਗ ਨੇ ਇਹ ਵੀ ਬਚਨ ਕਹੇ ਸੀ ਜੋ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਆਉਂਦੇ ਐ। ਸਤਿਗੁਰੂ ਜੀ ਨੂੰ ਕਹਿੰਦਾ ਸੀ ਮਹਾਰਾਜ ਮੈਂ ਅੰਮ੍ਰਿਤ ਵੇਲੇ ਨਹੀਂ ਕਿਸੇ ਨੂੰ ਜਾਗਣ ਦਿਆਂਗਾ। ਐਸਾ ਸੁਸਤੀ ਦਾ ਆਲਸ ਦਾ ਮਹਾਰਾਜ ਮੈਂ ਉਹਨਾਂ ਦੇ ਉੱਤੇ ਓਢਣਾ ਓਢ ਦਿਆਂਗਾ। ਕੋਈ ਵੀ ਜੀਵ ਉੱਠਣਾ ਨਹੀਂ ਪਾਵੇਗਾ, ਨਾਮ ਭਜਨ ਦਾ ਰਸ ਨਹੀਂ ਲੈਣਾ ਪਾਵੇਗਾ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਕਲਯੁਗ ਸਾਡੇ ਰਾਜ ਦੇ ਅੰਦਰ ਤੂੰ ਆਪਣੀ ਪ੍ਰਬਲਤਾ ਦਿਖਾ ਰਿਹਾ ਕਿਉਂਕਿ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਰਾਜ ਹੈ। ਜਿਹਦਾ ਰਾਜ ਹੋਵੇ ਸਿੱਕਾ ਉਹਦਾ ਹੀ ਚੱਲਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਜਿਹੜੇ ਸਾਡੇ ਸਿੱਖ ਹੋਣਗੇ ਉਹ ਆਲਸ ਨੀਂਦ ਨੂੰ ਤਿਆਗ ਕਰਕੇ ਅੰਮ੍ਰਿਤ ਵੇਲੇ ਜਾਗਣਗੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਪਹਿਲਾ ਹੁਕਮ ਸਤਿਗੁਰੂ ਜੀ ਦਾ ਕਿ ਉੱਠ ਕਰਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਫਿਰ ਸਾਧ ਸੰਗਤ ਜੀ ਨਾਮ ਦਾ ਜਪਣਾ ਤੇ ਫਿਰ ਉਪਕਾਰ ਕਰਦਿਆਂ ਹੋਇਆਂ ਦਾਨ ਕਰਨਾ। ਇਹ ਤਿੰਨ ਸਾਧਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਜਿਸ ਕਰਕੇ ਧਰਮੀਆਂ ਦੇ ਉੱਤੇ ਨਾਮ ਰਸੀਆਂ ਦੇ ਉੱਤੇ ਕਲਯੁਗ ਦਾ ਜ਼ੋਰ ਨਹੀਂ ਚੱਲਦਾ। ਪਾਪਾਂ ਦਾ ਸਾਧ ਸੰਗਤ ਜੀ ਵਸ ਨਹੀਂ ਚੱਲਦਾ। ਉਹ ਇਸ ਘਨਾਉਣੇ ਸਮੇਂ ਵਿੱਚ ਰਹਿੰਦੇ ਹੋਏ ਪਾਪਾਂ ਦੇ ਵਿੱਚ ਰਹਿੰਦੇ ਹੋਏ ਵੀ ਇਹਨਾਂ ਤੋਂ ਨਿਰਲੇਪ ਰਹਿੰਦੇ ਹਨ। ਦੋਹਰਾ ਸਵਾ ਸਰਵ ਕਵੀਆਂ ਵਿਖੇ ਇਸ ਵਿਦ ਭਿਓ ਸੰਵਾਦ। ਕਵੀਆਂ ਦੀ ਸਭਾ ਦੇ ਵਿੱਚ ਵਿਦਵਾਨਾਂ ਦੀ ਸਭਾ ਵਿੱਚ ਇਸ ਪ੍ਰਕਾਰ ਦਾ ਸੰਵਾਦ ਹੋਇਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਬਚਨ ਬਿਲਾਸ ਹੋਏ ਕਿਉਂਕਿ ਸਤਿਗੁਰੂ ਜੀ ਨੇ ਕੁਝ ਪ੍ਰਸ਼ਨ ਪੁੱਛੇ ਸਨ ਤੇ ਉਹਨਾਂ ਦੇ ਵਿਜਨ ਵਜੋਂ ਮਹਾਰਾਜ ਨੇ ਉੱਤਰ ਦਿੱਤੇ ਸਨ ਇਹਨਾਂ ਕਵੀਆਂ ਨੂੰ ਵਿਦਵਾਨਾਂ ਨੂੰ। ਜਦੋਂ ਸਤਿਗੁਰੂ ਜੀ ਨੂੰ ਕਹਿੰਦੇ ਸੀ ਮਹਾਰਾਜ ਇਹਨਾਂ ਦੇ ਉੱਤਰ ਸਾਥੋਂ ਤਾਂ ਯੋਗ ਨਹੀਂ ਦੱਸੇ ਗਏ, ਤੁਸੀਂ ਕਿਰਪਾ ਕਰਕੇ ਆਪ ਜੀ ਯੋਗ ਉੱਤਰ ਦੇਵੋ, ਤਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਤੇ ਸਮੇਂ ਆਪ ਉੱਤਰ ਬਖਸ਼ਿਸ਼ ਕੀਤੇ। ਇਉਂ ਕਵੀਆਂ ਦੀ ਸਭਾ ਵਿੱਚ ਵਿਦਵਾਨਾਂ ਦੀ ਸਭਾ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਨੇ ਕਲਯੁਗ ਦੀ ਵਾਰਤਾਲਾਪ ਦੇ ਵੀ ਬਚਨ ਕਹੇ ਹਨ।
ਧੰਨ ਧੰਨ ਸਭ ਹੀ ਕਹੈ ਹਿਰਦੇ ਅਦਕ ਅਹਲਾਦ। ਸਾਰੇ ਸਤਿਗੁਰੂ ਜੀ ਨੂੰ ਧੰਨ ਮਹਾਰਾਜ ਧੰਨ ਸਤਿਗੁਰੂ ਇਉਂ ਕਹਿੰਦੇ ਹੋਏ ਬੜਾ ਆਨੰਦ ਪਾਉਂਦੇ ਹਨ। ਜੋ ਪਈ ਉਠੇ ਪ੍ਰਭੂ ਮੰਦਰ ਕੋ ਗਏ। ਸੱਚੇ ਪਾਤਸ਼ਾਹ ਮਹਾਰਾਜ ਉੱਠ ਕਰਕੇ ਮਹਿਲਾਂ ਨੂੰ ਗਏ ਨੇ।